जी आए नूं प्यारे विद्यार्थियों 11th क्लास दी इंग्लिश दी बुक अ पैनोरमा ऑफ लाइफ सैक्शन ए लैसन नंबर 4 अ प्रेजिडेंट स्पीक्स। इस लैसन दी रीडिंग ਅਤੇ ਐਕਸਪਲੇਨੇਸ਼ਨ ਇਸ ਵੀਡੀਓ ਰਾਹੀਂ ਸ਼ੁਰੂ ਕਰਨ ਜਾ ਰਹੇ ਹਾਂ। ਸੋ ਇਸ ਲੈਸਨ ਨੂੰ ਅਸੀਂ 3 ਵੀਡੀਓਜ਼ ਦੇ ਵਿੱਚ ਮੁਕੰਮਲ ਕਰਾਂਗੇ। ਸੋ ਤੁਸੀਂ ਬੜੇ ਧਿਆਨ ਦੇ ਨਾਲ ਵੀਡੀਓ ਨੂੰ ਸੁਣੋ ਅਤੇ ਸਮਝੋ। ਜਿਹੜੇ ਔਖੇ ਸ਼ਬਦ ਆਣਗੇ ਉਹਨਾਂ ਦੇ ਅਰਥ ਨਾਲ ਦੇ ਨਾਲ ਨੋਟ ਕਰੀ ਜਾਓ ਤੇ ਉਹਨਾਂ ਦੇ ਸਪੈਲਿੰਗਸ ਨੂੰ ਅਰਥਾਂ ਨੂੰ ਫਿਰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ। ਸੋ ਸ਼ੁਰੂ ਕਰੀਏ। This inspiring speech was delivered ਅਰਥਾਤ ਇਹ ਵਾਲੀ ਪ੍ਰੇਰਨਾਦਾਇਕ ਸਪੀਚ ਦਿੱਤੀ ਗਈ ਸੀ, ਪੇਸ਼ ਕੀਤੀ ਗਈ ਸੀ। ਇੰਸਪਾਇਰ ਦਾ ਮਤਲਬ ਪ੍ਰੇਰਨਾ ਦੇਣੀ ਤੇ ਇੰਸਪਾਇਰਿੰਗ ਮਾਨੇ ਪ੍ਰੇਰਨਾਦਾਇਕ। ਸੋ ਇਹ ਵਾਲੀ ਸਪੀਚ ਜਿਹੜੀ ਹੈ, ਇਹ ਜਿਹੜਾ ਲੈਸਨ ਹੈਗਾ, ਇਹ ਪ੍ਰੈਜ਼ੀਡੈਂਟ APJ ਅਬਦੁਲ ਕਲਾਮ ਦੁਆਰਾ ਦਿੱਤੀ ਗਈ ਸਪੀਚ ਦਾ ਅੰਸ਼ ਹੈਗਾ। ਉਹ ਸਪੀਚ ਹੈਗੀ ਹੈ ਵਾਲੀ ਬਾਈ ਪ੍ਰੈਜ਼ੀਡੈਂਟ APJ ਅਬਦੁਲ ਕਲਾਮ, ਬੋਰਨ 1931, ਜਿਹੜਾ 1931 ਵਿੱਚ ਉਹਨਾਂ ਦਾ ਜਨਮ ਹੋਇਆ। ਅ ਸਕੋਲਰ ਐਂਡ ਸਾਇੰਟਿਸਟ ਆਫ ਵਰਲਡ ਰਿਨੋਨ ਇਨ ਹੈਦਰਾਬਾਦ। ਕਹਿੰਦੇ ਇਹ ਜਿਹੜੀ ਸਪੀਚ ਸੀਗੀ ਇਹ ਡਿਲੀਵਰਡ ਇਨ ਹੈਦਰਾਬਾਦ ਦਿੱਤੀ ਗਈ। APJ ਅਬਦੁਲ ਕਲਾਮ ਜੋ ਕਿ ਦੁਨੀਆ ਵਿੱਚ ਜਾਣੇ ਮਾਣੇ ਜਾਂਦੇ ਮੰਨੇ ਪ੍ਰਮੰਨੇ ਇੱਕ ਵਿਦਵਾਨ ਅਤੇ ਸਾਇੰਟਿਸਟ ਹਨ। ਹੁਣ ਤੇ ਉਹ ਅਕਾਲ ਚਲਾਣਾ ਕਰ ਗਏ। ਇੱਕੋ ਵਿਦਵਾਨ ਅਤੇ ਸਾਇੰਟਿਸਟ ਹਨ ਆਫ ਵਰਲਡ ਰਿਨੋਨ ਮੈਨੇ ਜਿਨ੍ਹਾਂ ਦੀ ਮਸ਼ਹੂਰੀ ਪੂਰੀ ਦੁਨੀਆ ਵਿੱਚ ਸੀ। ਰਿਨੋਨ ਦਾ ਮਤਲਬ ਹੁੰਦਾ ਮਸ਼ਹੂਰੀ, ਠੀਕ ਹੈ। He is a human being with a keen perception and sensitivity to human want and suffering. Suffering ਹੁੰਦਾ ਹੈ ਬੱਚਿਓ ਕਸ਼ਟ। want ਦਾ ਮਤਲਬ ਹੁੰਦਾ ਇੱਥੇ want ਦਾ ਮਤਲਬ ਹੈ ਲੋੜ। ਇੱਕ ਤੇ want ਹੁੰਦੀ ਵਰਬ, ਮਤਲਬ ਚਾਹਣਾ। what do you want, ਤੁਸੀਂ ਕੀ ਚਾਹੁੰਦੇ ਹੋ। ਤੇ ਇੱਕ want ਹੁੰਦਾ ਨਾਊਨ, ਇਹਦਾ ਮਤਲਬ ਹੁੰਦਾ ਲੋੜ, ਨੀਡ, ਜ਼ਰੂਰਤਾਂ, ਠੀਕ ਹੈ। ਕਹਿੰਦੇ ਉਹ ਜਿਹੜੇ APJ ਅਬਦੁਲ ਕਲਾਮ ਨੇ ਉਹ ਇੱਕ ਬੜੀ ਹੀ ਕੀਨ ਮੈਨੇ ਤਿੱਖੀ, ਤੇਜ਼, ਪਰਸੈਪਸ਼ਨ ਸਮਝ, ਸੈਂਸਿਟੀਵਿਟੀ ਸੰਵੇਦਨਸ਼ੀਲਤਾ, ਉਹ ਜਿਹੜੇ ਹੈਗੇ ਨੇ APJ ਅਬਦੁਲ ਕਲਾਮ ਇੱਕ ਬੜੀ ਹੀ ਤਿੱਖੀ ਸਮਝ ਅਤੇ ਸੰਵੇਦਨਸ਼ੀਲਤਾ ਵਾਲੇ ਇਨਸਾਨ ਹਨ। ਤੇ ਉਹ ਜਿਹੜੀ ਸੰਵੇਦਨਸ਼ੀਲਤਾ ਅਤੇ ਸਮਝਦਾਰੀ ਕਿਹਦੇ ਪ੍ਰਤੀ, ਹਿਊਮਨ ਵਾਂਟ ਐਂਡ ਸਫਰਿੰਗ, ਅਰਥਾਤ ਜਿਹੜੇ ਦੂਜੇ ਮਨੁੱਖ ਨੇ ਉਹਨਾਂ ਦੀ ਲੋੜਾਂ ਅਤੇ ਕਸ਼ਟ ਦੇ ਬਾਰੇ ਉਹਨਾਂ ਕੋਲ ਬੜੀ ਤਿੱਖੀ ਸਮਝ ਹੈ ਅਤੇ ਸੰਵੇਦਨਸ਼ੀਲਤਾ ਹੈ। ਵੇਰੀਅਸ ਡਿਸਟਿੰਕਸ਼ਨਸ, ਵੇਰੀਅਸ ਮੈਨੇ ਕਈ ਕਿਸਮਾਂ ਦੀਆਂ, ਡਿਸਟਿੰਕਸ਼ਨ ਦੇ ਦੋ ਮਤਲਬ ਹੁੰਦੇ ਨੇ। ਇੱਕ ਡਿਸਟਿੰਕਸ਼ਨ ਦਾ ਮਤਲਬ ਹੁੰਦਾ ਵਖਰੇਵਾਂ, ਇੱਕ ਡਿਸਟਿੰਕਸ਼ਨ ਦਾ ਮਤਲਬ ਹੁੰਦਾ ਹੈ ਕੋਈ ਉਪਲਬਧੀ, ਪ੍ਰਾਪਤੀ, ਜ਼ਿਕਰਯੋਗ ਪ੍ਰਾਪਤੀ, ਮਾਨ ਵਡਿਆਈ। ਸੋ ਵੇਰੀਅਸ ਡਿਸਟਿੰਕਸ਼ਨਸ ਐਂਡ ਅਵਾਰਡਸ ਮੈਨੇ ਇਨਾਮ ਜੋ ਉਹਨਾਂ ਨੂੰ ਨਿਵਾਜੇ ਗਏ, ਜਿਨ੍ਹਾਂ ਨਾਲ ਨਿਵਾਜੇ ਗਏ। ਫਰੋਮ ਦੀ ਵੇਰੀਅਸ ਮਾਈਲਸਟੋਨ ਹੁੰਦਾ ਮੀਲ ਪੱਥਰ। ਸੋ ਮੀਲ ਪੱਥਰ ਇੱਕ ਬੱਚਾ ਮੁਹਾਵਰਾ ਹੈ ਕਿ ਇੱਕ ਜ਼ਿੰਦਗੀ ਦਾ ਜਿੱਦਾਂ ਕੋਈ ਪੜਾਅ ਬੜਾ ਜ਼ਬਰਦਸਤ ਹੋਵੇ, ਅਸੀਂ ਕਹਿੰਦੇ ਕਿ ਮੀਲ ਪੱਥਰ ਹੈ, ਵੱਡੀ ਵੱਡੀ ਪ੍ਰਾਪਤੀ ਹੈਗੀ ਹੈ। ਆਫ ਹਿਜ਼ ਆਊਟਸਟੈਂਡਿੰਗ ਲਾਈਫ, ਆਊਟਸਟੈਂਡਿੰਗ ਲਾਈਫ ਦਾ ਮਤਲਬ ਹੁੰਦਾ ਹੈ ਜਿਹੜੀ ਬੜੀ ਸਤਿਕਾਰਤ ਹੋਵੇ, ਬੜੀ ਜ਼ਿਕਰਯੋਗ ਹੋਵੇ, ਨਿਵੇਕਲੀ ਹੋਵੇ, ਵਿਲੱਖਣ ਹੋਵੇ। ਸੋ ਉਹਨਾਂ ਦੀ ਜ਼ਿੰਦਗੀ ਜਿਹੜੀ ਜ਼ਿਕਰਯੋਗ ਜ਼ਿੰਦਗੀ ਜਿਹੜੀ ਉਹਨੇ ਜੀਵੀ ਹੈ, ਉਹਦੇ ਵਿੱਚ ਕਈ ਕਿਸਮ ਦੇ ਮਾਣ ਸਤਿਕਾਰ ਅਤੇ ਇਨਾਮ ਜਿਹੜੇ ਨੇ ਉਹਨਾਂ ਦੇ ਮੀਲ ਪੱਥਰ ਉਹਨੂੰ ਬਣਾਉਂਦੇ ਨੇ। ਉਹਨਾਂ ਦੀ ਜ਼ਿੰਦਗੀ 'ਚ ਬਹੁਤ ਵੱਡੇ ਮੀਲ ਪੱਥਰ ਨੇ। ਇਨ 1997 ਦੇ ਵਿੱਚ ਹੀ ਵਾਜ਼ ਅਵਾਰਡਡ ਭਾਰਤ ਰਤਨ, ਦੀ ਹਾਈਐਸਟ ਸਿਵਿਲੀਅਨ ਆਨਰ ਆਫ ਦਾ ਕੰਟਰੀ। 1997 ਵਿੱਚ ਦੇਸ਼ ਦਾ ਸਭ ਤੋਂ ਵੱਡਾ, ਸਭ ਤੋਂ ਉੱਚਾ ਜਿਹੜਾ ਸਮਾਜਿਕ ਮਾਣ ਸਤਿਕਾਰ ਹੈ, ਭਾਰਤ ਰਤਨ ਜਿਹੜਾ ਹੈ, ਉਹਨਾਂ ਦੇ ਨਾਲ ਉਹ ਨਿਵਾਜੇ ਗਏ। His stay in the ਰਾਸ਼ਟਰਪਤੀ ਭਵਨ is marked by childlike ਮੈਨੇ ਹੁੰਦਾ ਬੱਚਿਆਂ ਵਾਰ, ਬੱਚਿਆਂ ਨੂੰ ਭੋਲਾ ਜਿੱਦਾਂ ਹੁੰਦਾ। ਇਨਡਿਫਰੈਂਸ ਹੁੰਦਾ ਹੈ ਬੇਪਰਵਾਹੀ, ਬੇਰੁਖੀ। ਟੂ ਕਨਵੈਨਸ਼ਨ ਹੁੰਦਾ ਮਰਿਆਦਾ। ਹੁਣ ਇੱਥੇ ਕੀ ਮਤਲਬ ਹੈ ਕਹਿਣ ਦਾ ਉਹਨਾਂ ਦਾ, ਕਹਿੰਦੇ ਵੀ ਜੇ ਰਾਸ਼ਟਰਪਤੀ ਦੇ ਵਿੱਚ ਰਾਸ਼ਟਰਪਤੀ ਜਿਹੜਾ ਹੈ ਅਸੀਂ ਉਹਨੂੰ ਫਸਟ ਸਿਟੀਜ਼ਨ ਕਹਿੰਦੇ ਹਾਂ ਦੇਸ਼ ਦਾ, ਅਰਥਾਤ ਸਭ ਤੋਂ ਉੱਚੀ ਪਦਵੀ। ਸੋ ਬੜਾ ਮਾਣ ਸਤਿਕਾਰ ਹੁੰਦਾ ਹੈ, ਮਤਲਬ ਘੋੜੇ, ਬੱਗੀ, ਮਹਿਲ ਵਰਗਾ ਉਹਨਾਂ ਦਾ ਘਰ ਤੇ ਹੋਰ ਬਹੁਤ ਸਾਰਾ। ਸੋ ਕਹਿੰਦੇ ਇਹ ਸਾਰੀ ਚੀਜ਼ਾਂ ਬਾਰੇ ਇੱਕ ਜਿਹਦਾ ਬੱਚਾ ਜਿਹੜਾ ਹੁੰਦਾ ਉਹਨੂੰ ਆਪਣੀ ਖੇਡਾਂ 'ਚ ਭਾਵੇਂ ਕਿੰਨੇ ਵੱਡੇ ਘਰ ਦਾ ਹੋਵੇ, ਇੱਕ ਬਹੁਤ ਅਮੀਰ ਸੇਠ ਦਾ ਕੋਈ ਨਿਆਣਾ ਹੋਵੇ ਤੇ ਉਹ ਕਿਸੇ ਗਰੀਬ ਦੇ ਨਾਲ ਨਿਆਣੇ ਨਾਲ ਵੀ ਬਿਨਾਂ ਕਿਸੇ ਵਿਤਕਰੇ ਤੋਂ ਖੇਡਦਾ ਹੈ, ਕਿਉਂਕਿ ਨਿਆਣੇ ਨੂੰ ਨਿਆਣੇ ਦੀ ਉਹਨੂੰ ਸਾਂਝ ਹੁੰਦੀ ਹੈ, ਹਾਣ ਨੂੰ ਹਾਣ ਪਿਆਰਾ ਹੁੰਦਾ ਹੈ। ਸੋ ਕਹਿੰਦੇ ਉਹ APJ ਅਬਦੁਲ ਕਲਾਮ ਵਿੱਚ ਇੰਨਾ ਮਤਲਬ ਕਿ ਸਾਦਗੀ ਸੀਗੀ ਕਿ ਉਹਨਾਂ ਦਾ ਜਿਹੜਾ ਰਾਸ਼ਟਰਪਤੀ ਭਵਨ ਵਿੱਚ ਜਿਹੜਾ ਸਮਾਂ ਬੀਤਿਆ ਉਹਦੇ ਵਿੱਚ ਇੱਕ ਖਾਸ ਖੂਬੀ ਗੱਲ ਇਹ ਸੀਗੀ ਕਿ ਉਹ ਕਨਵੈਨਸ਼ਨ ਜਿਹੜਾ ਮਰਿਆਦਾ ਹੁੰਦੀ ਉਹਨਾਂ ਦਾ ਜਿਹੜਾ ਮਾਨ ਸਤਿਕਾਰ ਉਹਦੇ ਪ੍ਰਤੀ ਉਹ ਬਿਲਕੁਲ ਬਹੁਤ ਜ਼ਿਆਦਾ
ਕੋਈ ਅਟੈਚ ਨਹੀਂ ਰਹੇ। ਉਹਨਾਂ ਨੇ ਉਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਕੀਤੀ। ਆਪਣੀ ਸਾਦਗੀ, ਉਹ ਬੱਚਿਆਂ ਵਾਲਾ ਭੋਲਾਪਨ ਜਿਹੜਾ ਸੀ ਰਾਸ਼ਟਰਪਤੀ ਦੇ ਸਮੇਂ ਦੌਰਾਨ ਉਹਨਾਂ ਦਾ ਉਹ ਕਾਇਮ ਰਿਹਾ। It is interesting to note that his site on the internet is dedicated to mother। ਇਹ ਕਹਿੰਦੇ ਇਹ ਗੱਲ ਰੌਚਕਤਾ ਦੇ ਨਾਲ ਨੋਟ ਕਰਨ ਵਾਲੀ ਹੈ ਕਿ ਉਹਨਾਂ ਦੀ ਜਿਹੜੀ ਵੈਬਸਾਈਟ ਬਣੀ ਹੋਈ ਹੈ ਇੰਟਰਨੈਟ ਤੇ ਡੈਡੀਕੇਟਿਡ ਟੂ ਮਤਲਬ ਕਿ ਸਮਰਪਿਤ ਹੈ ਮਦਰ, ਆਪਣੇ ਮਾਤਾ ਨੂੰ, ਫਾਦਰ ਪਿਤਾ ਨੂੰ, ਟੀਚਰ ਅਧਿਆਪਕ ਨੂੰ ਐਂਡ ਆਲਮਾਈਟੀ ਅਤੇ ਆਪਣੇ ਅਕਾਲ ਪੁਰਖ ਪਰਮਾਤਮਾ ਨੂੰ ਉਹਨਾਂ ਦੀ ਵੈਬਸਾਈਟ ਜਿਹੜੀ ਹੈ ਉਹ ਸਮਰਪਿਤ ਹੈ। ਵਨ ਕੈਨ ਲਰਨ ਅ ਗ੍ਰੇਟ ਡੀਲ ਫਰੋਮ ਹਿਜ਼ ਅਦਰ ਸਪੀਚਿਸ ਟੂ। ਉਹਨਾਂ ਦੇ ਜਿਹੜੇ ਦੂਜੇ ਲੈਕਚਰ ਨੇ, ਦੂਜੀ ਜਿਹੜੀਆਂ ਉਹਨਾਂ ਨੇ ਸਪੀਚਾਂ ਦਿੱਤੀਆਂ, ਉਹਨਾਂ ਵਿੱਚੋਂ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਹੁਣ ਇਹ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੀ ਸਪੀਚ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਪਹਿਲੇ ਸਲਾਈਡ ਵਿੱਚ ਉਹ ਇਟੈਲਿਕਸ ਵਿੱਚ ਲਿਖਿਆ ਸੀ, ਉਹ ਸਾਰੀ ਇਸ ਲੈਸਨ ਦੀ ਭੂਮਿਕਾ ਸੀਗੀ, ਉਹਦੇ ਬਾਰੇ ਜਾਣਕਾਰੀ ਸੀਗੀ। ਹੁਣ APJ ਅਬਦੁਲ ਕਲਾਮ ਸ਼ੁਰੂ ਕਰਦੇ ਨੇ, ਕਹਿੰਦੇ ਆਈ ਹੈਵ 3 ਵਿਜ਼ਨਸ ਫॉर ਇੰਡੀਆ। ਵਿਜ਼ਨ ਹੁੰਦਾ ਹੈ ਦ੍ਰਿਸ਼, ਇੱਥੇ ਮਤਲਬ ਹੁੰਦਾ ਹੈ ਕਿ ਦੂਰ ਅੰਦੇਸ਼ੀ ਵਾਲਾ ਕੋਈ ਸੁਪਨਾ ਕਿ ਮੈਂ ਇਹ ਪ੍ਰਾਪਤ ਕਰਨਾ ਹੈ ਜਾਂ ਇਹ ਪ੍ਰਾਪਤੀ ਕਰਨੀ ਹੈ। ਠੀਕ ਹੈ ਨਾ। ਆਈ ਹੈਵ 3 ਵਿਜ਼ਨਸ ਫॉर ਇੰਡੀਆ, ਅਰਥਾਤ ਮੇਰੇ ਕੋਲ ਭਾਰਤ ਵਾਸਤੇ 3 ਸੁਪਨੇ ਹਨ। ਇਨ 3000 years of history, of our history, ਸਾਢੇ 3000 ਸਾਲਾਂ ਦੇ ਇਤਿਹਾਸ ਵਿੱਚ people from all over the world, ਪੂਰੀ ਦੁਨੀਆ ਵਿੱਚੋਂ ਲੋਕ have come and invaded us, ਇੱਥੇ ਆਏ ਤੇ ਸਾਡੇ ਤੇ ਧਾਵਾ ਬੋਲਿਆ, ਅਰਥਾਤ ਧੱਕੇ ਦੇ ਨਾਲ ਸਾਡੀਆਂ ਸਰਹੱਦਾਂ ਵਿੱਚ ਵੜੇ, ਸਾਡੇ ਦੇਸ਼ ਵਿੱਚ ਉਹਨਾਂ ਨੇ ਹਮਲੇ ਕੀਤੇ। captured our lands, ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ। conquered our minds, ਤੇ ਸਾਡੇ ਮਨਾਂ ਤੇ ਉਹਨਾਂ ਨੇ ਸਾਡੇ ਮਨਾਂ ਨੂੰ ਕੈਦ ਕੀਤਾ, ਅਰਥਾਤ ਸਾਡੇ ਤੇ ਰਾਜ ਕੀਤਾ, ਸਾਡੇ ਦਿਲਾਂ ਤੇ ਮਤਲਬ ਕਿ ਉਹਨਾਂ ਨੇ ਵੀ ਸਾਨੂੰ ਗੁਲਾਮ ਬਣਾਇਆ। conquered our minds ਵੀ ਸਾਨੂੰ ਆਪਣੇ ਅਧੀਨ ਕਰ ਲਿਆ। from Alexander onwards, ਕਹਿੰਦੇ ਐਲੈਗਜ਼ੈਂਡਰ ਦਾ ਮਤਲਬ ਸਿਕੰਦਰ, ਆਮ ਅਸੀਂ ਪੰਜਾਬੀ ਸਿਕੰਦਰ ਕਹਿ ਦਿੰਦੇ ਹਾਂ ਤੇ ਇੰਗਲਿਸ਼ ਵਿੱਚ ਉਹਨੂੰ ਸਿਕੰਦਰ ਨੂੰ ਐਲੈਗਜ਼ੈਂਡਰ ਕਿਹਾ ਜਾਂਦਾ ਹੈ। from Alexander onwards, ਕਹਿੰਦੇ ਸਿਕੰਦਰ ਤੋਂ ਲੈ ਕੇ ਦੀ ਗ੍ਰੀਕਸ, ਗ੍ਰੀਸ ਦੇ ਲੋਕ, ਦੀ ਤੁਰਕਸ, ਟਰਕੀ ਦੇ ਲੋਕ, ਦੀ ਮੁਗਲ ਲੋਕ ਜਿਹੜੇ ਈਰਾਨ ਤੋਂ ਆਏ, ਪੋਰਤੂਗੀਜ਼, ਪੁਰਤਗਾਲ ਦੇ, ਬ੍ਰਿਟਿਸ਼ ਜਿਹੜੇ ਇੰਗਲੈਂਡ ਦੇ ਬੰਦੇ ਗੋਰੇ ਵਾਲੇ, ਫ੍ਰੈਂਚ ਜਿਹਨੂੰ ਫਿਰੰਗੀ ਕਹਿ ਦਿੰਦੇ ਆ ਫ੍ਰੈਂਚ, ਦੀ ਡੱਚ, ਹਾਲੈਂਡ ਦੇ ਲੋਕ, all of them came, ਉਹ ਸਾਰੇ ਆਏ and looted us, ਸਾਨੂੰ ਲੁੱਟਿਆ। took over what was ours, ਤੇ ਜੋ ਸਾਡਾ ਸੀ ਉਹ ਉਹਨਾਂ ਨੇ ਖੋ ਲਿਆ। took over ਨੇ ਲੈ ਲਿਆ, ਧੱਕੇ ਨਾਲ ਲੈ ਲਿਆ ਜੋ ਸਾਡਾ ਸੀਗਾ। yet we have not done this to any other nation, ਫਿਰ ਵੀ ਅਸੀਂ ਇਹ ਸਭ ਕਿਸੇ ਹੋਰ ਦੇਸ਼ ਨਾਲ ਨਹੀਂ ਕੀਤਾ। we have not conquered anyone, ਅਸੀਂ ਕਿਸੇ ਨੂੰ ਆਪਣੇ ਅਧੀਨ ਨਹੀਂ ਕੀਤਾ, ਕਿਸੇ ਤੇ ਧਾਵਾ ਨਹੀਂ ਬੋਲਿਆ, ਕਿਸੇ ਤੇ ਜਿੱਤ ਹਾਸਲ ਨਹੀਂ ਕੀਤੀ, ਅਰਥਾਤ ਕਿਸੇ ਨੂੰ ਆਪਣੇ ਅਧੀਨ ਨਹੀਂ ਲਿਆ। we have not grabbed their land, ਅਸੀਂ ਉਹਨਾਂ ਦੀ ਜ਼ਮੀਨ ਨਹੀਂ ਹਥਿਆਈ, ਉਹਨਾਂ ਦੀ ਜ਼ਮੀਨ ਕਬਜ਼ੇ 'ਚ ਨਹੀਂ ਲਈ। their culture, ਨਾ ਹੀ ਉਹਨਾਂ ਦੇ ਕਲਚਰ ਨੂੰ ਅਸੀਂ ਆਪਣੇ ਅਧੀਨ ਕੀਤਾ, ਉਹਨਾਂ ਦੇ ਸੱਭਿਆਚਾਰ ਨੂੰ। and their history, ਨਾ ਹੀ ਉਹਨਾਂ ਦਾ ਇਤਿਹਾਸ। and try to enforce our way of life on them, ਤੇ ਨਾ ਹੀ ਅਸੀਂ ਉਹਨਾਂ ਦੇ ਉੱਤੇ ਆਪਣੀ ਜੀਵਨ ਸ਼ੈਲੀ, ਆਪਣੀ ਬੋਲੀ, ਆਪਣਾ ਕਲਚਰ, ਆਪਣੀ ਗੱਲਾਂ ਉਹਨਾਂ ਤੇ ਥੋਪਣ ਦੀ ਕੋਸ਼ਿਸ਼ ਕੀਤੀ। why, ਕਹਿੰਦੇ ਕਿਉਂ? ਫਿਰ ਜਵਾਬ ਦਿੰਦੇ ਨੇ, ਕਹਿੰਦੇ this is because we respect the freedom of others, ਇਹ ਇਸ ਕਰਕੇ ਵੇ ਕਿਉਂਕਿ ਅਸੀਂ ਦੂਜਿਆਂ ਦੀ ਆਜ਼ਾਦੀ ਦਾ ਸਤਿਕਾਰ ਕਰਦੇ ਹਾਂ। that is why my first vision is that of freedom, ਇਸੇ ਕਰਕੇ ਜਿਹੜਾ ਮੇਰਾ ਪਹਿਲਾ ਸੁਪਨਾ ਹੈ ਉਹ ਆਜ਼ਾਦੀ ਦਾ ਹੈ। I believe that India got its first vision of this in 1857 when we started the war of independence, independence ਹੁੰਦਾ ਆਜ਼ਾਦੀ। ਕਹਿੰਦੇ ਮੇਰਾ ਇਹ ਵਿਸ਼ਵਾਸ ਹੈ ਕਿ ਭਾਰਤ ਨੇ ਇਸ ਗੱਲ ਦਾ ਸੁਪਨਾ, ਇਹ ਆਜ਼ਾਦੀ ਦਾ ਸੁਪਨਾ ਸਭ ਤੋਂ ਪਹਿਲਾਂ 1957 ਵਿੱਚ ਲਿਆ, ਜਦੋਂ ਅਸੀਂ ਆਜ਼ਾਦੀ ਦੀ ਜੰਗ ਸ਼ੁਰੂ ਕੀਤੀ। It is this freedom that we must protect, ਇਹੀ ਆਜ਼ਾਦੀ ਹੈ ਜਿਹਦੀ ਸਾਨੂੰ ਰੱਖਿਆ ਕਰਨੀ ਚਾਹੀਦੀ ਹੈ। and nurture, ਅਤੇ ਇਹਦਾ ਪੋਸ਼ਣ ਕਰਨਾ ਚਾਹੀਦਾ ਹੈ, ਅਰਥਾਤ ਇਹਦੀ ਦੇਖ ਰੇਖ ਕਰਨੀ ਚਾਹੀਦੀ ਹੈ। and build on, ਅਤੇ ਇਸੀ ਆਜ਼ਾਦੀ ਦੇ ਉੱਤੇ ਸਾਨੂੰ ਆਪਣੀ ਅਗਲੀ ਤਰੱਕੀ, ਅਗਲਾ ਵਿਕਾਸ ਕਰਨਾ ਚਾਹੀਦਾ ਹੈ। ਇਸ ਤਰੱਕੀ ਨੂੰ, ਇਸ ਆਜ਼ਾਦੀ ਨੂੰ ਆਧਾਰ ਬਣਾ ਕੇ, ਅਰਥਾਤ ਆਪਣੇ ਦੇਸ਼ ਦੇ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਤੇ ਉਹਨਾਂ ਨੂੰ ਖੁੱਲ੍ਹ ਹਰ ਚੀਜ਼ ਦੀ ਜਿਹੜੀ ਹੋਣੀ ਚਾਹੀਦੀ ਹੈ, ਜਿਹੜੇ ਮਨੁੱਖੀ ਹੱਕ ਨੇ ਉਹ ਕਾਇਮ ਰੱਖਣੇ ਚਾਹੀਦੇ ਨੇ। if we are not free, no one will respect us, ਤੇ ਜੇ ਅਸੀਂ ਆਜ਼ਾਦ ਨਹੀਂ ਹੋਵਾਂਗੇ ਤੇ ਕੋਈ ਵੀ ਸਾਡਾ ਮਾਣ ਸਤਿਕਾਰ ਨਹੀਂ ਕਰੇਗਾ, ਸਾਡੀ ਇੱਜ਼ਤ ਨਹੀਂ ਕਰੇਗਾ। my second vision for India is development,
मेरा दूजा जो सुपना इंडिया ਲਈ ਹੈਗਾ, ਭਾਰਤ ਲਈ ਹੈਗਾ, ਉਹ ਹੈਗਾ ਡਿਵੈਲਪਮੈਂਟ, अर्थात विकास, तरक्की। For 50 years we have been a developing nation। developing मैंने जो हाले विकास करता पिया है, विकास अधीन ਜਾਂ ਵਿਕਾਸਸ਼ੀਲ ਜਾਂ ਵਿਕਾਸ ਕਰਦਾ ਹੋਇਆ। ਕਹਿੰਦੇ ਪਿਛਲੇ 50 ਸਾਲਾਂ ਤੋਂ ਅਸੀਂ ਇੱਕ ਵਿਕਾਸ ਕਰਦੇ ਹੋਏ ਦੇਸ਼ ਹਾਂ, ਅਰਥਾਤ ਵਿਕਾਸ ਵਾਲੇ ਪਾਸੇ ਤੁਰਦੇ ਪਏ ਹਾਂ, ਡਿਵੈਲਪਿੰਗ। ਇਟ ਇਜ਼ ਟਾਈਮ ਵੀ ਸੀ ਅਵਰਸੈਲਵ ਐਜ਼ ਅ ਡਿਵੈਲਪਡ ਨੇਸ਼ਨ। ਡਿਵੈਲਪਡ ਦਾ ਮਤਲਬ ਵਿਕਸਿਤ ਹੋ ਚੁੱਕਾ। ਕਹਿੰਦੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਆਪ ਨੂੰ ਇੱਕ ਡਿਵੈਲਪਡ, ਇੱਕ ਵਿਕਸਿਤ ਦੇਸ਼ ਦੇ ਵਜੋਂ ਦੇਖੀਏ, ਨਾ ਕਿ ਵਿਕਾਸ ਕਰਦੇ ਹੋਏ ਦੇਸ਼ ਵਜੋਂ ਦੇਖੀਏ। We are among top 5 nations of the world in terms of GDP। GDP ਦਾ ਫੁੱਲ ਫਾਰਮ ਹੁੰਦੀ ਵਿੱਚ ਗ੍ਰੋਸ ਡੋਮੈਸਟਿਕ ਪ੍ਰੋਡਕਟ, ਇਕਨੋਮਿਕਸ ਵਿੱਚ ਆਉਂਦਾ ਹੈ। ਸੋ ਪਰ ਇਹ ਕੋਈ ਬਹੁਤ ਡੂੰਘੀ ਗੱਲ ਨਹੀਂ ਹੈਗੀ, ਹੈ ਬੜੀ ਬੇਸਿਕ ਹੈ, ਹਰ ਕਿਸੇ ਨੂੰ ਪਤਾ ਹੋਣੀ ਚਾਹੀਦੀ। ਜਿਹਨੇ ਆਪਣਾ ਇਕਨੋਮਿਕਸ ਦੇ ਸਬਜੈਕਟ ਨਹੀਂ ਵੀ ਲਏ, GDP ਦਾ ਮਤਲਬ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ, ਅਰਥਾਤ ਦੇਸ਼ ਦੀ ਸਮੁੱਚੇ ਦੇਸ਼ ਦੀ ਕਮਾਈ, ਚਾਹੇ ਉਹ ਮਟੀਰੀਅਲ ਦੇ ਰੂਪ ਵਿੱਚ ਹੋਵੇ ਜਾਂ ਸਰਵਿਸਿਜ਼ ਦੇ ਰੂਪ ਵਿੱਚ ਹੋਵੇ ਜਾਂ ਮੈਨੂਫੈਕਚਰਿੰਗ ਦੇ ਰੂਪ ਵਿੱਚ ਹੋਵੇ। ਸੋ ਕਹਿੰਦੇ ਵੀ ਆਰ ਅਮੰਗ ਟੌਪ 5 ਨੇਸ਼ਨਸ ਆਫ ਦੀ ਵਰਲਡ ਇਨ ਟਰਮਸ ਆਫ GDP, ਅਰਥਾਤ ਕਹਿੰਦੇ GDP ਦੇ ਮਾਮਲੇ ਵਿੱਚ ਅਸੀਂ ਸਿਖਰਲੇ 5 ਦੇਸ਼ਾਂ ਵਿੱਚੋਂ ਇੱਕ ਹਾਂ। ਵੀ ਹੈਵ 10% ਗਰੋਥ ਰੇਟ ਇਨ ਮੋਸਟ ਏਰੀਆਜ਼। ਜ਼ਿਆਦਾਤਰ ਖੇਤਰਾਂ ਦੇ ਵਿੱਚ ਸਾਡੀ ਵਿਕਾਸ ਦਰ 10% ਹੈ। ਆਵਰ ਪਾਵਰਟੀ ਲੈਵਲਸ ਆਰ ਫਾਲਿੰਗ। ਪਾਵਰਟੀ ਮੈਨੇ ਗਰੀਬੀ, ਪੂਅਰ ਮੈਨੇ ਗਰੀਬ, ਪਾਵਰਟੀ ਮੈਨੇ ਗਰੀਬੀ, ਲੈਵਲਸ ਮੈਨੇ ਪੱਧਰ, ਆਰ ਫਾਲਿੰਗ, ਅਰਥਾਤ ਸਾਡੇ ਦੇਸ਼ ਵਿੱਚ ਜੋ ਗਰੀਬੀ ਹੈ ਉਹਦੀ ਪੱਧਰ ਥੱਲੇ ਵਾਲੇ ਪਾਸੇ ਜਾ ਰਹੀ ਹੈ, ਅਰਥਾਤ ਗਰੀਬੀ ਘਟਦੀ ਪਈ ਹੈ। ਆਵਰ ਅਚੀਵਮੈਂਟਸ ਆਰ ਬੀਇੰਗ ਗਲੋਬਲੀ ਰੈਕੋਗਨਾਈਜ਼ਡ ਟੁਡੇ। ਸਾਡੀਆਂ ਜੋ ਪ੍ਰਾਪਤੀਆਂ ਹਨ ਉਹਨਾਂ ਨੂੰ ਆਲਮੀ ਤੌਰ ਤੇ, ਅਰਥਾਤ ਦੁਨੀਆ ਭਰ ਵਿੱਚ ਅੱਜ ਮਤਲਬ ਕਿ ਰੈਕੋਗਨਾਈਜ਼ ਕੀਤਾ ਜਾ ਰਿਹਾ, ਅਰਥਾਤ ਮੰਨਿਆ ਪ੍ਰਮੰਨਿਆ ਜਾ ਰਿਹਾ, ਉਹਦੀ ਕਦਰ ਕੀਤੀ ਜਾ ਰਹੀ ਹੈ, ਉਹਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ। Yet we lack the self-confidence to see ourselves as a developed nation, self-reliant and self-assured। ਕਹਿੰਦੇ ਇਹਦੇ ਬਾਵਜੂਦ ਵੀ ਅਸੀਂ ਉਸ ਸਵੈ ਭਰੋਸੇ ਤੋਂ ਸਖਣੇ ਹਾਂ, ਵੀ ਲੈਕ ਸਾਡੇ ਕੋਲ ਨਹੀਂ ਹੈ, ਜਿਹਦੇ ਕਰਕੇ ਅਸੀਂ ਆਪਣੇ ਆਪ ਨੂੰ ਮਤਲਬ ਕਿ ਇੱਕ ਵਿਕਸਿਤ ਦੇਸ਼ ਨਹੀਂ ਦੇਖ ਪਾਉਂਦੇ। ਸੈਲਫ ਰਿਲਾਇੰਟ ਦਾ ਮਤਲਬ ਹੈ ਆਤਮ ਨਿਰਭਰ, ਬੇਮੁਹਤਾਜ, ਐਂਡ ਸੈਲਫ ਐਸ਼ੋਰਡ ਦਾ ਮਤਲਬ ਹੈ ਸੈਲਫ ਕੌਨਫੀਡੈਂਟ। ਸੋ ਕਹਿੰਦੇ ਵੀ ਸਾਡੇ 'ਚ ਸਵੈ ਭਰੋਸਾ ਹੀ ਨਹੀਂ ਹੈਗਾ, ਇੱਕ ਆਤਮ ਵਿਸ਼ਵਾਸ ਨਹੀਂ ਹੈਗਾ, ਜਿਹਦੇ ਕਰਕੇ ਅਸੀਂ ਆਪਣੇ ਆਪ ਨੂੰ ਇੱਕ ਵਿਕਸਿਤ ਦੇਸ਼, ਆਤਮ ਨਿਰਭਰ ਦੇਸ਼, ਬੇਮੁਹਤਾਜ ਦੇਸ਼ ਜਾਂ ਸਵੈ ਯਕੀਨ ਨਾਲ ਭਰਿਆ ਹੋਇਆ ਦੇਸ਼ ਨਹੀਂ ਦੇਖ ਪਾਉਂਦੇ। ਇਜ਼ਨਟ ਦਿਸ ਕਰੈਕਟ? ਕਹਿੰਦੇ ਸਹੀ ਨਹੀਂ ਹੈ। ਜਦੋਂ ਉਹ ਲੈਕਚਰ ਦੇ ਰਹੇ ਨਾ, ਸਪੀਚ ਦੇ ਰਹੇ ਨੇ, ਤੇ ਆਡੀਅנס ਨੂੰ, ਦਰਸ਼ਕਾਂ ਨੂੰ ਕਹਿ ਰਹੇ ਨੇ, ਕਹਿੰਦੇ ਇਜ਼ਨਟ ਦਿਸ ਕਰੈਕਟ, ਕਿ ਇਹ ਸਹੀ ਨਹੀਂ ਹੈਗਾ। ਫਿਰ ਕਹਿੰਦੇ ਆਈ ਹੈਵ ਅ ਥਰਡ ਵਿਜ਼ਨ। ਮੇਰੇ ਕੋਲ ਇੱਕ ਤੀਜਾ ਸੁਪਨਾ ਹੈ। ਉਹ ਕਿਹੜਾ? ਇੰਡੀਆ ਮਸਟ ਸਟੈਂਡ ਅਪ ਟੂ ਦੀ ਵਰਲਡ। ਸਟੈਂਡ ਅਪ ਦੇ ਵਿੱਚ ਦੋ ਤਿੰਨ ਮਤਲਬ ਹੁੰਦੇ। ਇੱਕ ਤੇ ਸਟੈਂਡ ਅਪ ਹੁੰਦਾ ਵੀ ਬੈਠੇ ਹੋਏ ਤੇ ਖੜੇ ਹੋ ਜਾਣਾ। ਇੱਥੇ ਸਟੈਂਡ ਅਪ ਦਾ ਮਤਲਬ ਹੁੰਦਾ ਹੈ ਵੀ ਡਟ ਕੇ ਖੜੇ ਹੋਣਾ, ਵੀ ਜੇ ਤੁਹਾਡਾ ਕੋਈ ਵਿਰੋਧ ਕਰ ਰਿਹਾ, ਤੁਹਾਡੀ ਕੋਈ ਨੁਕਤਾਚੀਨੀ ਕਰ ਰਿਹਾ, ਤੇ ਉਹ ਤੋਂ ਘਬਰਾਉਣਾ ਨਹੀਂ, ਡਟ ਕੇ ਖੜੇ ਰਹਿਣਾ। ਸੋ ਇੱਥੇ ਮਤਲਬ ਹੈ ਡਟ ਕੇ ਖੜੇ ਰਹਿਣਾ, ਮਤਲਬ ਕਿ ਆਪਣੇ ਅਸੂਲ ਤੇ ਡੋਲਣਾ ਨਹੀਂ। ਇੰਡੀਆ ਮਸਟ ਸਟੈਂਡ ਅਪ ਟੂ ਦਾ ਵਰਲਡ, ਅਰਥਾਤ ਭਾਰਤ ਨੂੰ ਦੁਨੀਆ ਦੇ ਸਨਮੁਖ ਡਟ ਕੇ ਖੜੇ ਹੋਣਾ ਚਾਹੀਦਾ ਹੈ, ਅਣਖ ਦੇ ਨਾਲ ਖੜਾ ਹੋਣਾ ਚਾਹੀਦਾ ਹੈ। ਬਿਕੋਜ਼ ਆਈ ਬਿਲੀਵ ਦੈਟ, ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ, ਅਨਲੈਸ ਇੰਡੀਆ ਸਟੈਂਡਸ ਅਪ ਟੂ ਦਾ ਵਰਲਡ ਨੋ ਵਨ ਵਿਲ ਰਿਸਪੈਕਟ ਅਸ। ਜਦੋਂ ਤਾਈਂ ਇੰਡੀਆ ਇਹਦਾ ਅਣਖ ਦੇ ਨਾਲ ਦੁਨੀਆ ਸਾਹਮਣੇ ਨਹੀਂ ਖੜਾ ਹੋਏਗਾ, no one will respect, ਸਾਡੀ ਕੋਈ ਇੱਜ਼ਤ ਨਹੀਂ ਕਰੇਗਾ। only strength respects strength, ਸਿਰਫ ਤਾਕਤ ਹੀ ਤਾਕਤ ਦੀ ਇੱਜ਼ਤ ਕਰਦੀ ਹੈ। we must be strong not only as a military power but also as an economic power। ਸਾਨੂੰ ਸਿਰਫ ਫੌਜੀ ਤੌਰ ਤੇ ਹੀ ਤਾਕਤਵਰ ਨਹੀਂ ਬਣਨਾ ਚਾਹੀਦਾ, ਸਾਨੂੰ ਆਰਥਿਕ ਤੌਰ ਤੇ ਵੀ ਤਗੜੇ ਬਣਨਾ ਚਾਹੀਦਾ ਹੈ। ਅਰਥਾਤ ਸਿਰਫ ਇਹੀ ਨਾ ਹੋਵੇ ਕਿ ਸਾਡੇ ਕੋਲ ਬੜੀ ਤਗੜੀ ਫੌਜ ਹੈਗੀ ਹੈ, ਨੇਵੀ ਹੈਗੀ ਹੈ, ਏਅਰ ਫੋਰਸ ਹੈਗੀ ਹੈ, ਤੇ ਉਹ 'ਚ ਬੜਾ ਅਨੁਸ਼ਾਸਨ ਹੈ, ਸਾਡੇ ਕੋਲ ਤਗੜਾ ਅਸਲਾ ਹੈ, ਪਰ ਸਾਡੀ ਇਕਨੋਮਿਕ ਪਾਵਰ, ਅਰਥਾਤ ਸਾਡੇ ਦੇਸ਼ ਦੀ ਕਮਾਈ ਜੋ ਅਰਥ ਵਿਵਸਥਾ ਹੈ, ਉਹ ਵੀ ਬੜੀ ਤਗੜੀ ਹੋਣੀ ਚਾਹੀਦੀ ਹੈ। ਸਾਰੇ ਉਹ ਨੌਕਰੀਆਂ ਹੋਣੀ ਚਾਹੀਦੀਆਂ ਨੇ, ਕੰਮਕਾਰ ਹੋਣਾ ਚਾਹੀਦਾ ਹੈ, ਭ੍ਰਿਸ਼ਟਾਚਾਰ ਘੱਟ ਹੋਣਾ ਚਾਹੀਦਾ ਹੈ, ਤੇ ਇਹ ਗਰੀਬੀ ਤੇ ਥੁੜ ਜਿਹੜੀ ਹੈ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਬੋਥ ਮਸਟ ਗੋ ਹੈਂਡ ਇਨ ਹੈਂਡ। ਦੋਨੋਂ ਜਿਹੜੀਆਂ ਗੱਲਾਂ ਨੇ ਇਹ ਨਾਲ ਨਾਲ ਚੱਲਣੀਆਂ ਚਾਹੀਦੀਆਂ, ਹੈਂਡ ਇਨ ਹੈਂਡ ਨਾਲ, ਵੀ ਅਰਥਾਤ ਮਿਲਟਰੀ ਪਾਵਰ ਵੀ ਤੇ ਇਕਨੋਮਿਕ ਪਾਵਰ ਵੀ, ਅਰਥਾਤ ਫੌਜੀ ਪੱਖੋਂ ਵੀ ਤਗੜੇ ਹੋਣਾ ਤੇ ਆਰਥਿਕ ਪੱਖੋਂ ਵੀ ਤਗੜੇ ਹੋਣਾ, ਇਹ ਦੋਨੋਂ ਗੱਲਾਂ ਨਾਲ ਨਾਲ ਚੱਲਣੀਆਂ ਚਾਹੀਦੀਆਂ ਨੇ। ਮਾਈ ਗੁੱਡ ਫੋਰਚੂਨ ਵਾਜ਼, ਫੋਰਚੂਨ ਹੁੰਦਾ ਹੈ ਕਿਸਮਤ, ਗੁੱਡ ਫੋਰਚੂਨ ਮੇਰੀ ਚੰਗੀ ਕਿਸਮਤ, ਮਤਲਬ ਚੰਗੀ ਕਿਸਮਤ। ਮਾਈ ਗੁੱਡ ਫੋਰਚੂਨ ਮੇਰੀ ਚੰਗੀ ਕਿਸਮਤ, ਵਾਜ਼ ਮੈਨੇ ਸੀ, ਟੂ ਹੈਵ ਵਰਕਡ ਵਿਦ 3 ਗ੍ਰੇਟ ਮਾਈਂਡਸ। 3 ਰੋਸ਼ਨ ਦਿਮਾਗ, 3 ਰੋਸ਼ਨ ਮਾਈਂਡ ਦਾ ਮਤਲਬ ਵੀ ਉਹ ਬੰਦਾ ਜਿਹੜਾ ਬੜਾ
ਰੌਸ਼ਨ ਦਿਮਾਗ ਵਾਲੇ ਬੰਦੇ ਸੀਗੇ। ਸੋ ਇਹ ਕਹਿੰਦੇ ਨੇ APJ ਅਬਦੁਲ ਕਲਾਮ ਕਹਿੰਦੇ ਮੇਰੀ ਬੜੀ ਚੰਗੀ ਕਿਸਮਤ ਸੀ ਕਿ ਮੈਨੂੰ 3 ਰੌਸ਼ਨ ਦਿਮਾਗ ਵਾਲੇ ਬੰਦਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਕਿਹੜੇ ਸੀ? ਡਾਕਟਰ ਵਿਕਰਮ ਸਾਰਾਭਾਈ ਆਫ ਦੀ ਡਿਪਾਰਟਮੈਂਟ ਆਫ ਸਪੇਸ, ਪੁਲਾੜ ਦਾ ਜੋ ਅਦਾਰਾ ਹੈਗਾ ਡਿਪਾਰਟਮੈਂਟ ਆਫ ਸਪੇਸ ਦਾ, ਉਹਦੇ ਵਿੱਚ ਕੰਮ ਕਰਦੇ ਡਾਕਟਰ ਵਿਕਰਮ ਸਾਰਾਭਾਈ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਫਿਰ ਕਹਿੰਦੇ ਪ੍ਰੋਫੈਸਰ ਸਤੀਸ਼ ਧਵਨ ਹੂ ਸਕਸੀਡਡ ਹਿਮ, ਤੇ ਦੂਜਾ ਪ੍ਰੋਫੈਸਰ ਸਤੀਸ਼ ਧਵਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੂ ਸਕਸੀਡਡ ਹਿਮ, ਅਰਥਾਤ ਜਿਨ੍ਹਾਂ ਨੇ ਡਾਕਟਰ ਵਿਕਰਮ ਸਾਰਾਭਾਈ ਰਿਟਾਇਰ ਹੋਣ ਤੋਂ ਬਾਅਦ ਜਿਨ੍ਹਾਂ ਨੇ ਪ੍ਰੋਫੈਸਰ ਸਤੀਸ਼ ਧਵਨ ਨੇ ਉਹਨਾਂ ਦੀ ਥਾਂ ਲਈ, ਅਰਥਾਤ ਉਹਨਾਂ ਦੀ ਥਾਂ ਜਿਹੜੇ ਫਿਰ ਪ੍ਰੋਫੈਸਰ ਸਤੀਸ਼ ਧਵਨ ਆਏ, ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਐਂਡ ਡਾਕਟਰ ਬ੍ਰਹਮ ਪ੍ਰਕਾਸ਼, ਅਤੇ ਡਾਕਟਰ ਬ੍ਰਹਮ ਪ੍ਰਕਾਸ਼ ਨਾਲ, ਫਾਦਰ ਆਫ ਨਿਊਕਲੀਅਰ ਮਟੀਰੀਅਲ। ਸੋ ਜਿਹੜੇ ਡਾਕਟਰ ਬ੍ਰਹਮ ਪ੍ਰਕਾਸ਼ ਨੇ ਇਹਨਾਂ ਨੂੰ ਫਾਦਰ ਆਫ ਨਿਊਕਲੀਅਰ ਮਟੀਰੀਅਲ ਕਿਹਾ ਜਾਂਦਾ ਹੈ। ਜੋ ਨਿਊਕਲੀਅਰ ਜਿਹੜੀ ਐਟਮੀ ਜਿਹੜੀ ਸ਼ਕਤੀ ਹੈ, ਐਟਮੀ ਜਿਹੜੇ ਮਟੀਰੀਅਲ ਨੇ ਉਹਨਾਂ ਦੇ ਪਿਤਾਮਾ ਉਹਨਾਂ ਨੂੰ ਮੰਨਿਆ ਜਾਂਦਾ ਹੈ, ਅਰਥਾਤ ਉਹਦੇ ਬਾਰੇ ਐਟਮੀ ਮਟੀਰੀਅਲ ਬਾਰੇ ਇਹਨਾਂ ਨੇ ਬਹੁਤ ਜ਼ਬਰਦਸਤ ਕੰਮ ਕੀਤਾ ਹੈ। ਠੀਕ ਹੈ। ਸੋ ਕਹਿੰਦੇ ਮੈਨੂੰ ਇਹ ਤਿੰਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਇਹ ਮੇਰੇ ਚੰਗੇ ਭਾਗ ਸਨ। ਆਈ ਵਾਜ਼ ਲੱਕੀ ਟੂ ਹੈਵ ਵਰਕਡ ਵਿਦ them ਵਿਦ ਆਲ। ਕਹਿੰਦਾ ਮੇਰੀ ਬਹੁਤ ਚੰਗੀ ਕਿਸਮਤ ਸੀ ਕਿ ਮੈਨੂੰ ਇਹ ਸਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਤੇ ਬੱਚੋ ਜਦੋਂ ਇਹਦਾ ਸੰਗਤ ਵਿੱਚ ਅਸੀਂ ਚੰਗੀ ਸੰਗਤ ਵਿੱਚ ਰਹਿੰਦੇ ਹਾਂ ਤੇ ਸਾਡੇ ਵਿੱਚ ਚੰਗਿਆਈਆਂ ਹੋਰ ਵੱਧਦੀਆਂ। ਮਾੜੀ ਸੰਗਤ ਵਿੱਚ ਬੰਦਾ ਮਾੜਾ ਹੋ ਜਾਂਦਾ। ਜਦੋਂ ਉੱਤਮ ਸੰਗਤ ਉੱਤਮ ਹੋਵੇ, ਗੁਰਬਾਣੀ ਕਹਿੰਦੀ ਹੈ ਗੁਣ ਕੋ ਧਾਵੈ ਅਵਗੁਣ ਹੋਵੇ। ਸੋ ਚੰਗੀ ਸੰਗਤ ਕਰਕੇ ਬੰਦਾ ਚੰਗਾ ਬਣ ਜਾਂਦਾ ਹੈ ਤੇ ਮਾੜੀ ਸੰਗਤ ਕਰਕੇ ਮਾੜਾ ਬਣ ਜਾਂਦਾ ਹੈ। ਸੋ ਜਿਹੜੇ APJ ਅਬਦੁਲ ਕਲਾਮ ਸੀ ਉਹ ਪਹਿਲਾਂ ਹੀ ਬੜੇ ਮਿਹਨਤੀ, ਸਾਦੇ, ਇਮਾਨਦਾਰ ਤੇ ਰੌਸ਼ਨ ਦਿਮਾਗ ਸੀਗੇ। ਤੇ ਜਿਹੜੇ ਹੋਰ ਰੌਸ਼ਨ ਦਿਮਾਗ ਬੰਦਿਆਂ ਨੇ ਕੰਮ ਕੀਤਾ ਤੇ ਉਹਨਾਂ ਦੀ ਹੋਰ ਤਰੱਕੀ ਹੋਈ, ਉਹਨਾਂ ਨੂੰ ਹੋਰ ਸਿੱਖਣ ਨੂੰ ਮਿਲਿਆ। ਸੋ ਕਹਿੰਦੇ I was lucky to have worked with them, all three of them closely। ਕਹਿੰਦੇ ਬੜੇ ਨੇੜੇ ਹੋ ਕੇ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸਾਰਿਆਂ ਨਾਲ। and consider this the great opportunity of my life। ਤੇ ਇਸ ਗੱਲ ਨੂੰ ਮੈਂ ਆਪਣੀ ਜ਼ਿੰਦਗੀ ਦਾ ਇੱਕ ਮਹਾਨ ਮੌਕਾ ਸਮਝਦਾ ਹਾਂ ਕਿ ਮੈਨੂੰ ਇਹ ਤਿੰਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਫਿਰ ਕਹਿੰਦੇ we have so many amazing stories। amazing ਦਾ ਮਤਲਬ ਹੈ ਹੈਰਾਨ ਕਰਨ ਵਾਲੀਆਂ, ਇੱਥੇ ਦਾ ਮਤਲਬ ਪ੍ਰਭਾਵਸ਼ਾਲੀ। ਕਹਿੰਦੇ ਸਾਡੇ ਕੋਲ ਇੰਨੀਆਂ ਸਾਰੀਆਂ ਪ੍ਰਭਾਵਸ਼ਾਲੀ ਕਾਮਯਾਬੀ ਦੀਆਂ ਕਹਾਣੀਆਂ ਹਨ। ਇੱਥੇ ਸਟੋਰੀਆਂ ਦੇ ਮਿਸਾਲਾਂ ਹਨ ਕਿ ਜਿੱਦਾਂ ਮਿਸਾਲ ਦਿੱਤੀਆਂ, ਤਿੰਨਾਂ ਮਿਸਾਲਾਂ ਦਿੱਤੀਆਂ ਕਿ ਸਾਡੇ ਕੋਲ ਸਾਡੇ ਹੀ ਲੋਕਾਂ ਵਿੱਚੋਂ ਮਤਲਬ ਕਿ ਮਿਸਾਲੀ ਜਿਹੜੀਆਂ ਕਹਾਣੀਆਂ ਨੇ ਜਿਨ੍ਹਾਂ ਨਾਲ ਸੁਣ ਕੇ ਬੰਦਾ ਹੈਰਾਨ ਹੋ ਜਾਂਦਾ ਹੈ, ਦੰਦਾਂ 'ਚ ਉਂਗਲ ਦੇ ਲੈਂਦਾ ਹੈ, ਮੂੰਹ ਅੱਡਿਆ ਰਹਿ ਜਾਂਦਾ ਹੈ, ਬੜਾ ਪ੍ਰਭਾਵਿਤ ਹੁੰਦਾ ਹੈ। ਬਟ ਵੀ ਰਿਫਿਊਜ਼ ਟੂ ਐਕਨੋਲੇਜ them। ਪਰ ਅਸੀਂ ਉਹਨਾਂ ਦੀ ਕਦਰ ਨਹੀਂ ਕਰਦੇ, ਉਹਨਾਂ ਗੱਲਾਂ ਨੂੰ ਪਰਵਾਹ ਨਹੀਂ ਕਰਦੇ। ਇੱਥੇ ਐਕਨੋਲੇਜ ਦਾ ਮਤਲਬ ਕਿ ਅਸੀਂ ਉਹਨੂੰ ਐਪਰੀਸ਼ੀਏਟ ਨਹੀਂ ਕਰਦੇ, ਉਹਦੀ ਕਦਰ ਨਹੀਂ ਕਰਦੇ, ਉਹਨਾਂ ਨੂੰ ਮੰਨਦੇ ਨਹੀਂ ਹੈਗੇ, ਪੜ੍ਹਦੇ ਨਹੀਂ ਹੈਗੇ, ਉਹਨਾਂ ਬਾਰੇ ਕੋਈ ਗੱਲਾਂ ਨਹੀਂ ਕਰਦੇ ਤੇ ਨਾ ਹੀ ਉਹਨਾਂ ਦੇ ਪੂਰਨਿਆਂ ਦੇ ਤੁਰਨ ਦੀ ਯਤਨ ਕਰਦੇ ਆ। ਤੇ ਕਹਿੰਦੇ ਵਾਏ, ਕਿਉਂ? ਸੋ ਇਹ ਸੀ ਬੱਚਿਓ, ਇੱਥੇ ਹੁਣ ਅਸੀਂ ਇਹਨੂੰ ਰੋਕਦੇ ਹਾਂ ਤਾਂ ਕਿ ਵੀਡੀਓ ਸਾਡੇ ਬਹੁਤ ਵੱਡੇ ਨਾ ਹੋਣ। ਤੇ ਅਗਲੇ ਸੈਕਸ਼ਨ ਵਿੱਚ ਅਸੀਂ ਇਹਦਾ ਦੂਜਾ ਭਾਗ ਕਰਾਂਗੇ ਤੇ ਇਹਨੂੰ ਕੰਟੀਨਿਊ ਕਰਾਂਗੇ। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਦੇ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।